प्रोग्राम मुद्दा USA ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਾ ਕੋਈ ਅਜਿਹਾ ਮਸਲਾ ਜਾਂ ਕਿਸੇ ਅਜਿਹੀ ਗੱਲ ਨੂੰ ਲੈ ਕੇ ਆਉਣੇ ਆ ਜਿਹਦੇ ਨਾਲ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕੀਏ ਜਾਂ ਅਸੀਂ ਪ੍ਰਾਪਤੀਆਂ ਤੋਂ ਸੇਧ ਲੈ ਸਕੀਏ। ਵਾਸ਼ਿੰਗਟਨ DC ਤੋਂ 90 ਮੀਲ ਦੀ ਦੂਰੀ ਤੇ ਰਿਚਮੰਡ ਵਰਜੀਨੀਆ ਦੀ ਰਾਜਧਾਨੀ ਹੈ, ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਤੇ ਸਿੱਖ ਭਾਈਚਾਰਾ ਹੈ। ਪ੍ਰੋਫੈਸ਼ਨਲੀ ਉਹਨਾਂ ਨੇ ਨਾਮ ਨਾ ਖੱਟਿਆ ਹੈ, ਪਰ ਕੁਛ ਉਹ ਏਰੀਆਜ਼ ਨੇ ਜਿਹੜੇ ਆਪਣੇ ਆਪ ਨੂੰ ਪੰਜਾਬੀ ਭਾਈਚਾਰੇ ਦੇ ਨਾਲ ਵੀ ਪੂਰੇ ਤਰ੍ਹਾਂ ਨਾਲ ਸੁਰ ਤਾਲ ਬਿਠਾਉਣ ਦੇ ਵਿੱਚ ਅਜੇ ਕਿਸੇ ਨਾ ਕਿਸੇ ਰੂਪ ਵਿੱਚ ਪਛੜੇ ਹੋਏ ਨੇ। ਸਾਡੀ ਕੋਸ਼ਿਸ਼ ਹੈ ਕਿ ਉਹਨਾਂ ਥਾਵਾਂ 'ਤੇ ਜਾਇਆ ਜਾਵੇ ਜਿੱਥੇ ਅਸੀਂ ਆਪਣੀ ਪੰਜਾਬੀ ਭਾਈਚਾਰੇ ਦੀਆਂ ਪ੍ਰਾਪਤੀਆਂ, ਉਹਨਾਂ ਨੇ ਉੱਥੇ ਕਿਸ ਤਰ੍ਹਾਂ ਨਾਲ ਆਪਣੇ ਆਪ ਨੂੰ ਸਥਾਪਿਤ ਕੀਤਾ, ਉਹਨਾਂ ਲੋਕਾਂ ਨੂੰ ਤੁਹਾਡੇ ਤੱਕ ਲੈ ਕੇ ਆਈਏ ਤਾਂ ਕਿ ਅਸੀਂ ਇੱਕ ਤਾਂ ਉਹਨਾਂ ਨਾਲ ਸਾਂਝ ਪਾ ਸਕੀਏ, ਇੱਕ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਸੇਧ ਲੈ ਸਕੀਏ, ਤੇ ਜੇ ਕੋਈ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਸਾਰੇ ਮਿਲ ਜੁਲ ਕੇ ਉਹਦਾ ਹੱਲ ਕੱਢ ਸਕੀਏ। ਅੱਜ ਸਾਡੇ ਨਾਲ ਨੇ ਡਾਕਟਰ ਬਿਮਲਜੀਤ ਸੰਧੂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕਸ ਫॉर ਹੈਵਿੰਗ ਮੀ ਔਨ ਦਿਸ ਪ੍ਰੋਗਰਾਮ। ਡਾਕਟਰ ਸਾਹਿਬ ਬਾਰੇ ਮੈਂ ਇੱਕ ਗੱਲ ਦੱਸਦੇ ਹਾਂ, ਪਿਛਲੇ 15 ਸਾਲ ਤੋਂ ਉਹ ਆਲਮੋਸਟ ਇਸ ਰਿਚਮੰਡ ਏਰੀਆ ਦੇ ਵਿੱਚ ਨੇ, ਜਿੱਥੇ ਗੁਰੂ ਘਰ ਦੇ ਨਾਲ ਵੀ ਜੁੜੇ ਹੋਏ ਨੇ, ਵੱਖ-ਵੱਖ ਰੂਪਾਂ ਦੇ ਵਿੱਚ ਸੇਵਾ ਵੀ ਕਰ ਰਹੇ ਨੇ, ਪੰਜਾਬੀ ਕਮਿਊਨਿਟੀ ਦੀਆਂ ਐਕਟੀਵਿਟੀਜ਼ ਦੇ ਵਿੱਚ ਵੀ ਕਾਫੀ ਹਿੱਸਾ ਲੈਂਦੇ ਨੇ, ਔਰ ਇੱਥੋਂ ਦੀ ਮੁੱਖ ਧਰਾਈ ਸਿਆਸਤ ਦੇ ਨਾਲ ਵੀ ਇਹ ਸਾਰਾ ਜਿਹੜਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਆ ਉਹ ਵੀ, ਤੇ ਇੱਕ ਗਰੁੱਪ ਦੇ ਰੂਪ ਦੇ ਵਿੱਚ ਵੀ ਇਹ ਜੁੜੇ ਹੋਏ ਨੇ। ਡਾਕਟਰ ਸਾਹਿਬ ਕੀ ਕਾਰਨ ਹੈ ਕਿ ਰਿਚਮੰਡ ਦੀ ਸੰਗਤ ਜਿਹੜੀ ਆ ਉਹ ਇੱਥੋਂ ਥੋੜ੍ਹੀ ਦੂਰ ਹੀ ਇੰਨਾ ਵੱਡਾ ਭਾਈਚਾਰਾ ਵਸਦਾ ਹੈ ਵਾਸ਼ਿੰਗਟਨ DC ਏਰੀਏ ਦੇ ਵਿੱਚ, ਇਸ ਤਰ੍ਹਾਂ ਦਾ ਇੰਟਰੈਕਸ਼ਨ ਕਿਉਂ ਨਹੀਂ ਆਪਣਾ ਹੈਗਾ ਸਾਰਾ? ਦੇਖੋ ਜੀ, ਅਸੀਂ ਇਸ ਫਿਲਾਸਫੀ 'ਚ ਬਿਲੀਵ ਕਰਦੇ ਹਾਂ ਕਿ ਪਹਿਲਾਂ ਤਾਂ ਅਸੀਂ ਇੱਕ ਨਵੇਂ ਦੇਸ਼ 'ਚ ਆਏ ਹਾਂ, ਸਾਡਾ ਅਡੋਪਟਡ ਕੰਟਰੀ ਹੈ ਇਹ, ਇੱਥੇ ਆ ਕੇ ਇਸ ਕੰਟਰੀ ਦੇ ਨਾਲ ਅਸੀਂ ਇੱਥੋਂ ਦੇ ਹੋ ਜਾਈਏ, ਬਟ ਸਟਿਲ ਵੀ ਵਾਂਟ ਟੂ ਕੀਪ ਆਰ ਓਨ ਆਈਡੈਂਟੀਟੀ। ਜਿਹੜੀ ਆਈਡੈਂਟੀਟੀ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ, ਅਸੀਂ ਉਹ ਆਈਡੈਂਟੀਟੀ ਮੇਨਟੇਨ ਕਰਕੇ ਚੱਲੀਏ, ਉਹ ਵੈਲਿਊਜ਼ ਸਾਡੀਆਂ ਮੇਨਟੇਨ ਰਹਿਣ, ਅਤੇ ਅੱਗੋਂ ਅਸੀਂ ਇਹ ਵੈਲਿਊਜ਼ ਆਪਣੇ ਬੱਚਿਆਂ ਨੂੰ ਦੇ ਸਕੀਏ ਤਾਂ ਕਿ ਬੱਚੇ ਅੱਗੇ ਨੂੰ ਕਮਿਊਨਿਟੀ ਨੂੰ ਅੱਗੇ ਲੈ ਕੇ ਜਾ ਸਕਣ ਅਤੇ ਇੱਥੋਂ ਦੀ ਕੰਟਰੀ ਦੀ ਸੇਵਾ ਕਰ ਸਕਣ, ਜਿਵੇਂ ਕਿਉਂਕਿ ਇਹਨਾਂ ਦਾ ਉਹ ਅਡੋਪਟਡ ਕੰਟਰੀ ਹੈਗਾ। ਡਾਕਟਰ ਸਾਹਿਬ, ਇਹ ਤੁਸੀਂ ਬਾਏ ਪ੍ਰੋਫੈਸ਼ਨ ਡਾਕਟਰ ਹੋ, ਜਿਹੜੀ ਤੁਹਾਨੂੰ ਲੱਗਦਾ ਇਸ ਵੇਲੇ ਸਾਡੀ ਕਮਿਊਨਿਟੀ ਨੂੰ ਕਿਹੜੇ ਚੈਲੰਜ ਨੇ ਜਿਹੜੇ ਮੁੱਖ ਰੂਪ ਦੇ ਵਿੱਚ, ਤੁਸੀਂ ਪੋਲੀਟੀਕਲੀ ਵੀ ਐਕਟਿਵ ਹੋ, ਤੁਸੀਂ ਇੱਥੋਂ ਦੇ ਗਵਰਨਰ ਬਣਾਏ ਵੀ ਨੇ, ਉਹਨਾਂ ਦੇ ਨਾਲ ਤੁਹਾਡਾ ਮੇਲ ਜੋਲ ਵੀ ਹੈਗਾ ਆ, ਸੈਨੇਟਰਸ ਨੇ, ਕੈਪੀਟਲ 'ਤੇ ਬੈਠੇ ਹੋਏ ਹੋ, ਜਿਹੜੇ ਵੀ ਵੱਖ-ਵੱਖ ਟਾਈਮ ਦੇ ਉੱਤੇ ਕੌਮ ਨੂੰ, ਪੰਜਾਬੀ ਭਾਈਚਾਰੇ ਨੂੰ ਮੁਸ਼ਕਲਾਂ ਆਈਆਂ ਨੇ, ਉਹਨਾਂ ਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰੀ ਦੇ ਨਾਲ ਬੜਾ ਵਧੀਆ ਰੋਲ ਜੋ ਅਸੀਂ ਕਮਿਊਨਿਟੀ ਤੋਂ ਦੇਖਿਆ ਸੁਣਿਆ ਤੁਸੀਂ ਨਿਭਾਇਆ। ਇਸ ਵੇਲੇ ਕਿਹੜੀਆਂ ਚੁਣੌਤੀਆਂ ਜਾਂ ਚੈਲੰਜ ਨੇ ਸਾਡੇ ਭਾਈਚਾਰੇ ਨੂੰ ਤੁਹਾਡੇ ਖਿਆਲ ਮੁਤਾਬਕ? ਕਿਉਂਕਿ ਪਹਿਲਾਂ ਤਾਂ ਜਦੋਂ ਤੁਸੀਂ ਨਵੀਂ ਜਗ੍ਹਾ 'ਤੇ ਜਾਂਦੇ ਹੋ ਐਂਡ ਯੂ ਲੁੱਕ ਡਿਫਰੈਂਟ, ਬਟ ਡਿਫਰੈਂਟ ਦਾ ਮਤਲਬ ਇਹ ਨਹੀਂ ਕਿ ਸਾਨੂੰ ਇਸ ਪਹਿਚਾਣ ਤੋਂ ਕੋਈ ਝਿਜਕ ਹੈ ਜਾਂ ਸ਼ਰਮ ਹੈ। ਸੁਣੋ, ਵੀ ਆਰ ਪ੍ਰਾਊਡ ਆਫ ਦਿਸ ਆਊਟਲੁੱਕ ਜਿਹੜੀ ਸਾਨੂੰ ਸਾਰੇ ਗੁਰੂ ਸਾਹਿਬਾਨ ਨੇ ਦਿੱਤੀ ਹੈ। ਇਹ ਪਰ ਕਿਉਂਕਿ ਅਸੀਂ ਡਿਫਰੈਂਟ ਲੱਗਦੇ ਹਾਂ ਅਤੇ ਦੇਰ ਆਰ ਲੋਟ ਆਫ ਪ੍ਰੋਬਲਮਸ ਦੈਟ ਹੈਪਨ ਬਿਕੋਜ਼ ਆਫ ਅਸ ਬੀਇੰਗ ਲੁਕਿੰਗ ਡਿਫਰੈਂਟ। ਸਾਡੀ ਜਿਹੜੀ ਪਗੜੀ ਕਰਕੇ, ਦਸਤਾਰ ਕਰਕੇ, ਦਾੜੀ ਕੇਸ ਕਰਕੇ ਕਾਫੀ ਬੱਚਿਆਂ ਨੂੰ ਪਹਿਲਾਂ ਤਾਂ ਸਕੂਲ ਦੇ ਵਿੱਚ ਬੁਲਿੰਗ ਬੱਚਿਆਂ ਨੂੰ ਬਹੁਤ ਸਹਿਣੀ ਪੈਂਦੀ ਹੈ। ਫਿਰ ਕਈ ਬੱਚੇ ਤਾਂ ਹੁੰਦੇ ਆ ਵਿਚਾਰੇ, ਅਤੇ ਪੇਰੈਂਟਸ ਵੀ ਦੁਖੀ ਹੋ ਜਾਂਦੇ ਆ ਕਿ ਇਸ ਤੋਂ ਚੰਗਾ ਰਸਤਾ, ਐਵਰੀਬਡੀ ਵਾਂਟਸ ਟੂ ਗੋ ਫॉर ਅ ਈਜ਼ੀ ਵੇ ਆਊਟ, ਸੋ ਆਪਣੀ ਪਛਾਣ ਚੇਂਜ ਕਰ ਲੈਂਦੇ ਆ, ਵਿਚ ਇਜ਼ ਵੈਰੀ ਵੈਰੀ ਅਨਫੋਰਚੂਨੇਟ। ਇਹ ਕੰਟਰੀ ਬਹੁਤ ਵਧੀਆ ਹੈ। ਇੱਥੇ ਤੁਸੀਂ ਦਿਸ ਇਜ਼ ਵਨ ਆਫ ਦ ਫਿਊ ਕੰਟਰੀਜ਼ ਵੇਅਰ ਯੂ ਕੈਨ ਪ੍ਰੈਕਟਿਸ ਯੂਰ ਫੇਥ ਵਿਦਾਊਟ ਐਨੀ ਰਿਸਟ੍ਰਿਕਸ਼ਨਸ। ਗਵਰਨਮੈਂਟ ਵੱਲੋਂ ਕੋਈ ਨਹੀਂ, ਪਰ ਲੋਕਲ ਜਿਹੜੇ ਹੈਗੇ ਆ ਬੱਚੇ, ਨਾਲ ਦੇ ਬੱਚੇ, ਉਹ ਬੱਚੇ ਤਾਂ ਇੱਕ ਦੂਜੇ ਨੂੰ ਵੈਸੇ ਹੀ ਸ਼ਰਾਰਤਾਂ 'ਚ ਨੋਕ ਝੋਕ ਕਰਦੇ ਰਹਿੰਦੇ ਆ, ਬਟ ਵੈਨ ਬੁਲਿੰਗ ਹੈਪਨਸ ਇਨ ਸਕੂਲ that demoralizes our children, ਅਤੇ ਉੱਥੋਂ that is one of the biggest challenges that our children face growing up in this country. ਦੂਸਰਾ ਇਹ ਹੈ ਕਿ ਆਪਣੀ ਕੌਮ ਮਾਰਸ਼ਲ ਕੌਮ ਹੈ, ਐਂਡ ਆਪਾਂ ਸ਼ੁਰੂ ਤੋਂ ਕਾਫੀ ਦੇਰ ਤੋਂ ਆਪਾਂ ਮਿਲਟਰੀ ਦੇ ਵਿੱਚ ਆਰਗੇਨਾਈਜ਼ ਰਹੇ ਹਾਂ। ਆਪਣੀ ਪੁਰਾਣੀ ਕੰਟਰੀ ਨੂੰ, ਇੰਡੀਆ ਦੇ ਵਿੱਚ ਵੀ ਆਪਣੇ, ਈਵਨ ਦੋ ਵੀ ਆਰ 2 or 3% ਆਫ ਦਾ ਇੰਡੀਅਨ ਪਾਪੂਲੇਸ਼ਨ, ਪਰ ਆਰਮਡ ਫੋਰਸਿਸ ਦੇ ਵਿੱਚ ਆਪਣੇ ਕਿੰਨੇ ਜਰਨੈਲ ਨੇ, ਕਿੰਨੀ ਵੱਡੀ ਆਪਣੀ ਕੰਟਰੀਬਿਊਸ਼ਨ ਹੈਗੀ ਹੈ। ਵੀ ਵੁੱਡ ਲਾਈਕ ਟੂ ਕੰਟਰੀਬਿਊਟ ਐਜ਼ ਡਿਵੋਟ ਸਿੱਖਸ ਵਿਦ ਆਰ ਆਊਟਲੁੱਕ, ਆਪਣੇ ਦਾੜੀ ਕੇਸ ਦੇ ਨਾਲ, ਆਪਣੇ ਪਗੜੀ ਦੇ ਨਾਲ, ਦਸਤਾਰ ਦੇ ਨਾਲ ਆਪਾਂ ਇੱਥੇ ਮਿਲਟਰੀ ਦੇ ਵਿੱਚ ਸਰਵ ਕਰੀਏ। ਸੋ ਆਈ ਥਿੰਕ ਦੋਜ਼ ਆਰ ਦ 2 ਥਿੰਗਸ ਮੇਨ ਦੈਟ ਵਿਲ ਹੈਲਪ ਅਸ ਕੀਪ ਆਰ ਓਨ ਆਈਡੈਂਟੀਟੀ, ਵੇਅਰ ਵੀ ਕੈਨ ਵਰਕ ਔਨ ਐਜੂਕੇਟਿੰਗ ਲੋਕਲ ਪੀਪਲ ਕਿ ਅਸੀਂ ਕੌਣ ਹੈ, ਸਾਡਾ ਕੀ ਸਾਡਾ ਪਰਸਪੈਕਟਿਵ ਅਤੇ ਫਿਲਾਸਫੀ ਕੀ ਹੈ,
ਉਹ ਸਮਝਾ ਸਕੀਏ ਤਾਂ ਕਿ ਸਾਡੇ ਨਾਲ ਉਹ ਬੁਲਿੰਗ, ਸਾਡੇ ਬੱਚਿਆਂ ਦੇ ਨਾਲ ਬੁਲਿੰਗ ਨਾ ਹੋ ਸਕੇ। ਤੁਸੀਂ ਬਾਏ ਪ੍ਰੋਫੈਸ਼ਨ ਡਾਕਟਰ ਹੋ, ਇਸ ਤੋਂ ਪਹਿਲਾਂ ਕਿ ਜਿਹੜੇ ਅੱਜ ਕੱਲ੍ਹ ਮੇਨ ਸਟਰੀਮ ਦੇ ਵਿੱਚ ਓਬਾਮਾ ਕੇਅਰ ਨੂੰ ਰਿਪੀਲ ਤੇ ਰਿਪਲੇਸ ਕਰਨ ਦੀ ਗੱਲ ਚੱਲੀ ਆ, ਸੀਮਾ ਵਰਮਾ ਇਸ ਵੇਲੇ ਉਹ ਸਾਰੇ ਕੁਛ ਨੂੰ ਲੈ ਕੇ ਚੱਲ ਰਹੇ ਨੇ, ਤੁਸੀਂ ਵੀ ਇੱਥੇ ਪੋਲੀਟੀਕਲੀ ਐਕਟਿਵ ਹੋ, ਫੈਡਰਲ ਰੋਲ ਜੋ ਮਰਜ਼ੀ ਹੋਵੇ, ਸਟੇਟਸ ਆਪਣੇ ਤੌਰ ਦੇ ਉੱਤੇ ਇਹਦੇ ਬਾਰੇ ਗੱਲਾਂ ਕਰਦੀਆਂ ਨੇ, ਇਹਨਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਪਰ ਮੈਂ ਇੱਕ ਚੀਜ਼ ਸਮਝਦਾ ਸੀਗਾ ਕਿ ਜਦੋਂ ਤੁਸੀਂ ਇਸ ਭਾਈਚਾਰੇ ਦੇ ਵਿੱਚ ਰਹਿ ਰਹੇ ਹੋ ਅਤੇ ਸਾਨੂੰ ਗੁਰੂ ਘਰਾਂ ਦੇ ਵਿੱਚ ਰਹਿ ਕੇ ਗੁਰੂ ਘਰਾਂ ਦਾ ਰੋਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤੁਸੀਂ ਪਿਛਲੇ 15 ਸਾਲ ਤੋਂ ਗੁਰੂ ਘਰਾਂ ਦੇ ਵਿੱਚ, ਗੁਰੂ ਘਰ ਦੇ ਵਿੱਚ ਖਾਸ ਕਰਕੇ ਸੇਵਾ ਨਿਭਾ ਰਹੇ ਹੋ, ਤੁਹਾਨੂੰ ਕਿਵੇਂ ਲੱਗਦਾ ਹੈ? ਦੇਖੋ, ਸਾਡੇ ਦੇ ਉੱਤੇ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਕਿ ਅਸੀਂ ਇਸ ਸ਼ਹਿਰ ਦੇ ਵਿੱਚ ਆਏ। ਸਾਡੇ ਜਿਹੜੇ ਵੱਡੇ ਬਜ਼ੁਰਗ ਹੈ ਸ਼ਹਿਰ ਦੇ ਵਿੱਚ, ਜਸਟ ਟੂ ਨੇਮ ਪੀਪਲ, ਡਾਕਟਰ ਬਲਜੀਤ ਸਿੰਘ ਸਿੱਧੂ, ਉਹ ਵੀ ਆਪਣੇ ਪੰਜਾਬ ਤੋਂ, ਉਹਨਾਂ ਦਾ ਪਿੰਡ ਮਦੀਰ ਹੈਗਾ ਮੁਕਤਸਰ ਦੇ ਕੋਲੇ, ਉਹ ਆਰਥੋਪੀਡਿਕਸ ਦੇ ਡਾਕਟਰ ਨੇ। ਉਹ ਡਾਕਟਰ ਕੋਹਲੀ, ਡਾਕਟਰ ਸਾਨੀ, ਇਹ ਤਿੰਨੋਂ ਦਸਤਾਰਾਂ ਵਾਲੇ ਸਿੱਖ ਨੇ। ਇਹ ਇੱਥੇ ਇਸ ਸ਼ਹਿਰ ਦੇ ਵਿੱਚ ਆਇਆ ਨੂੰ ਉਹਨਾਂ ਨੂੰ 30-40 ਸਾਲ ਹੋ ਗਏ। ਉਹਨਾਂ ਨੇ ਜੋ ਮੁੱਢ ਬੰਨ੍ਹਿਆ ਆਪਣੇ ਗੁਰੂ ਘਰ ਦਾ, ਬੜਾ ਇੱਕ ਵਧੀਆ ਫਿਲਾਸਫੀ ਲੈ ਕੇ ਚੱਲੇ ਹੋ ਕਿ ਅਸੀਂ ਇਸ ਚੀਜ਼ ਨੂੰ ਪੋਲੀਟੀਕਲ ਗਰਾਊਂਡ ਨਹੀਂ ਬਣਾਉਣਾ। ਇਹ ਗੁਰੂ ਘਰ ਜਿਹੜਾ ਸਾਡਾ ਹੈਗਾ, ਸਾਨੂੰ ਸਟਰੈਂਥ ਦੇਵੇ, ਜਿੱਥੇ ਆਪਾਂ ਆਪਣੇ ਬੱਚਿਆਂ ਨੂੰ ਇੱਕ ਤਾਂ ਸਿੱਖੀ ਦਾ ਅੱਗੇ ਪ੍ਰਚਾਰ ਕਰ ਸਕੀਏ, ਨੰਬਰ 2 ਦੇ ਉਹਨਾਂ ਨੂੰ ਚੰਗੇ ਇਨਸਾਨ ਬਣਾ ਸਕੀਏ ਤਾਂ ਕਿ ਉਹ ਕੰਟਰੀ ਜਿਹੜੀ ਹੈਗੀ ਹੈ ਲੋਕਲ ਕਮਿਊਨਿਟੀ ਨੂੰ ਆਪਣਾ ਘਰ ਸਮਝ ਕੇ ਸਰਵ ਕਰਨ। ਸੋ ਅਸੀਂ ਤਾਂ ਸਿਰਫ ਉਹਨਾਂ ਨੇ ਜਿਹੜਾ ਸਾਨੂੰ ਸੇਧ ਦਿੱਤੀ ਹੈ ਜੀ, ਉਹਨੂੰ ਅੱਗੇ ਲੈ ਕੇ ਜਾ ਰਹੇ ਹਾਂ। ਐਂਡ ਜਸਟ ਟਰਾਈਂਗ ਆਰ ਬੈਸਟ ਟੂ ਸਪਰੈਡ ਆਰ ਵਰਡ ਅਕ੍ਰੋਸ ਦ ਗ੍ਰੇਟਰ ਰਿਚਮੰਡ। ਅਸੀਂ ਅਗੇਨ ਥੋੜ੍ਹਾ ਡਿਫਰੈਂਟ ਪਰਸਪੈਕਟਿਵ ਫੋਲੋ ਕਰਦੇ ਸੀ। ਆਪਣੇ ਹੁੰਦਾ ਹੈ ਕਿ ਆਪਾਂ ਜਿਹੜੀ ਆਪਾਂ ਪਹਿਲੇ ਪਾਤਸ਼ਾਹ ਤੋਂ ਹੀ ਲਾ ਲਓ ਕਿ ਲੰਗਰ ਤਾਂ ਉਹਨਾਂ ਨੇ ਸ਼ੁਰੂ ਕਰਤਾ ਸੀਗਾ ਜਦੋਂ ਆਪਣੇ 20 ਰੁਪਏ ਦਾ ਸੱਚਾ ਸੌਦਾ ਕਰਕੇ ਆਏ ਸੀ। ਇਟ ਵਾਜ਼ ਸੌਰਟ ਆਫ ਅ ਲੰਗਰ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ। ਅਤੇ ਅਸੀਂ ਇੱਥੇ ਕੀ ਕੀਤਾ, ਵੀ ਹੈਵ ਇਵੈਂਟਸ। ਆਮ ਤੌਰ ਗੁਰੂ ਘਰਾਂ 'ਚ ਹੁੰਦਾ ਹੈ ਕਿ ਆਪਣਾ ਜਿਹੜਾ ਲੰਗਰ ਹੈ ਉਹ ਟੁੱਟ ਚੱਲਦਾ ਹੈ, ਪਰ ਅਸੀਂ ਲੋਕਲ ਜਿਹੜੇ ਲੋਕ ਹੈ, ਜਿਹੜੇ ਅਨਫੋਰਚੂਨੇਟ ਲੋਕ ਹੈ, ਜਿਨ੍ਹਾਂ ਕੋਲੇ ਡੋਂਟ ਹੈਵ ਐਨੀ ਮੀਨਸ ਟੂ ਹੈਵ ਈਵਨ 2 ਮੀਲਸ ਅ ਡੇ, ਹੋਮਲੈਸ ਸ਼ੈਲਟਰ ਦੇ ਵਿੱਚ ਜਾਂ ਨਰਸਿੰਗ ਹੋਮਸ ਦੇ ਵਿੱਚ, ਜਿੱਥੇ ਕਿ ਬੱਚੇ ਆਪਣੇ ਪੇਰੈਂਟਸ ਨੂੰ ਛੱਡ ਕੇ ਚਲੇ ਜਾਂਦੇ, ਕੋਈ ਵੀ ਉਹਨਾਂ ਦਾ ਖਿਆਲ ਰੱਖਣ ਵਾਲਾ ਨਹੀਂ ਹੁੰਦਾ। ਅਸੀਂ ਉੱਥੇ ਮੀਲਸ ਪ੍ਰੀਪੇਅਰ ਕਰਦੇ ਹਾਂ, ਬੱਚੇ ਮੀਲਸ ਪ੍ਰੀਪੇਅਰ ਕਰਦੇ ਗੁਰੂ ਘਰ ਪੂਰੀ ਗੁਰਮਰਿਆਦਾ ਦੇ ਨਾਲ, ਐਂਡ ਫਿਰ ਉੱਥੇ ਉਹਨਾਂ ਨੂੰ ਮੀਲ ਸਰਵ ਕਰਦੇ ਆ। ਸੋ ਦੈਟ ਇਜ਼ ਪਾਰਟ ਆਫ ਆਰ ਐਕਸਟੈਂਸ਼ਨ ਆਫ ਲੰਗਰ ਟੂ ਦ ਲੋਕਲ ਕਮਿਊਨਿਟੀ, ਐਂਡ ਵੀ ਟਰਾਈ ਟੂ ਕੀਪ ਇਟ ਅ ਰੈਗੂਲਰ ਇਵੈਂਟ। ਪਰ ਕਈ ਲੋਕ ਸਾਡੇ ਕਮਿਊਨਿਟੀ ਦੇ ਵਿੱਚ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਉਹ ਕਹਿੰਦੇ ਜੀ ਤੁਸੀਂ ਇਹਨਾਂ ਵਿਹਲਿਆਂ ਬੈਠਿਆਂ ਨੂੰ ਲੰਗਰ ਛਕਾਈ ਜਾਂਦੇ ਹੋ, ਇਹ ਕਿਹੜਾ ਕੰਮ ਕਰਦੇ ਹੋ, ਕੋਈ ਹੋਰ ਕਰੋ। ਸਰਟਨਲੀ ਜੀ, ਜਿਹੜਾ ਕਿਰਤ ਕਰਨਾ ਤਾਂ ਆਪਣੇ ਧਰਮ ਦੇ ਵਿੱਚ ਪਹਿਲੀ ਪਾਤਸ਼ਾਹੀ ਨੇ ਦੱਸਿਆ ਕਿ ਤੁਸੀਂ ਕਿਰਤ ਕਰਨਾ ਬਹੁਤ ਜ਼ਰੂਰੀ ਹੈ। ਐਨੀ ਏਬਲ ਬੋਡੀਡ ਪਰਸਨ ਸ਼ੁੱਡ ਬੀ ਵਰਕਿੰਗ। ਜੇ ਤੁਹਾਡੇ 'ਚ ਹਿੰਮਤ ਹੈਗੀ ਹੈ ਤੁਸੀਂ ਕੰਮ ਕਰੋ ਆਪਣਾ। ਬਟ ਅਗੇਨ ਉਹਨਾਂ ਨੂੰ ਇਹ ਸਿੱਖਿਆ ਉਹਨਾਂ ਵਾਸਤੇ ਓਪਰਚੁਨਿਟੀਜ਼ ਕ੍ਰੀਏਟ ਕਰ ਸਕਦੇ ਹਾਂ ਅਸੀਂ, ਐਜ਼ ਕਿ ਜਿੰਨਾ ਕਿ ਆਪਦੇ ਜਿੰਨੇ ਜਿਸ ਤਰ੍ਹਾਂ ਦੇ ਬਿਜ਼ਨਸਿਸ ਹੈ ਉੱਥੇ ਕੰਮ ਦੇ ਦਿਓ। ਪਰ ਸਿਸਟਮ ਬੜਾ ਡਿਫਰੈਂਟ ਹੈ। ਵੀ ਕੈਨੋਟ ਬੀ ਦ ਚੇਂਜ, ਬਟ ਵੀ ਕੈਨ try to make a positive change। ਡਾਕਟਰ ਸਾਹਿਬ, ਬਹੁਤ ਹੋਰ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਨੇ, ਪਰ ਹੁਣ ਇੱਕ ਛੋਟਾ ਜਿਹਾ ਬ੍ਰੇਕ ਲੈ ਲਈਏ। ਇੱਕ ਵੇਲਾ ਹੋ ਗਿਆ ਬ੍ਰੇਕ ਦਾ, ਹੁਣੇ ਵਾਪਸ ਪਰਤ ਰਹੇ ਹਾਂ। ਬਹੁਤ ਸਾਰੇ ਉਹ ਇਸ਼ੂ ਡਾਕਟਰ ਸਾਹਿਬ ਨਾਲ ਡਿਸਕਸ ਕਰਨੇ ਨੇ। ਮੁੱਖ ਧਾਰਾਈ ਸਿਆਸਤ ਦੇ ਵਿੱਚ ਸਾਨੂੰ ਪਹਿਲ ਕਦਮੀ ਕਿਵੇਂ ਕਰਨੀ ਚਾਹੀਦੀ ਆ, ਔਰ ਕਿਸ ਤਰੀਕੇ ਦੇ ਨਾਲ ਆਪਣੇ ਇਸ਼ੂਜ਼ ਨੂੰ ਇੱਥੋਂ ਦੀ ਮੁੱਖ ਧਾਰਾਈ ਸਿਆਸਤ ਦੇ ਵਿੱਚ ਜਾ ਕੇ ਸਾਨੂੰ ਉਭਾਰਨਾ ਚਾਹੀਦਾ। ਪਰ ਹੁਣੇ ਵਾਪਸ ਪਰਤ ਰਹੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੇ ਆਪਾਂ ਇੱਥੋਂ ਦੀ ਮੁੱਖ ਧਾਰਾਈ ਸਿਆਸਤ ਵੱਲ ਆਈਏ, ਉਹਨਾਂ ਦੇ ਵਿੱਚ ਕਿਹੜੇ ਚੈਲੰਜ ਮੈਡੀਕਲ ਖੇਤਰ ਦੇ ਵਿੱਚ ਤੁਸੀਂ ਦੇਖਦੇ ਹੋ, ਖਾਸ ਕਰਕੇ ਹੈਲਥ ਕੇਅਰ ਨੂੰ ਲੈ ਕੇ? ਹੈਲਥ ਕੇਅਰ ਦੇ ਵਿੱਚ ਬੜੀ ਤੁਸੀਂ ਬੜਾ ਇੰਟਰਸਟਿੰਗ ਕੁਐਸਚਨ ਪੁੱਛਿਆ ਜੀ। ਆਪਣੇ ਦ ਵੇ ਦਿਸ ਕਮਿਊਨਿਟੀ ਇਜ਼ ਡਿਵਾਈਡਡ। ਜਦੋਂ ਆਪਾਂ ਸਾਰੇ ਪਹਿਲਾਂ ਨਵੇਂ ਆਉਣੇ ਇਸ ਕੰਟਰੀ, ਸਾਰੇ ਜਾਣੇ ਸੈਟਲ ਹੋਣ ਦੀ ਕੋਸ਼ਿਸ਼ ਕਰਦੇ ਹੈ, ਐਂਡ ਐਵਰੀਬਡੀ ਇਜ਼ ਸਟਰਗਲਿੰਗ ਟੂ ਮੇਕ ਦ ਐਂਡਸ ਮੀਟ। ਕੋਈ ਜ਼ਿਆਦਾ ਪੈਸੇ ਵੀ ਨਹੀਂ ਹੁੰਦੇ ਆਪਣਾ ਕੰਮ ਚਲਾ ਕੇ ਅਤੇ ਪਰਿਵਾਰ ਦਾ ਘਰ-ਬਾਰ ਖੜ੍ਹਾ ਕਰਦੇ ਹਾਂ। ਉਦੋਂ ਸਾਰੇ ਜਾਣੇ ਡੈਮੋਕਰੇਟ ਹੁੰਦੇ ਆ ਕਿ ਡੈਮੋਕਰੈਟਿਕ ਪ੍ਰਿੰਸੀਪਲਸ ਨੂੰ ਫੋਲੋ ਕਰਦੇ ਆ। ਹਾਂ ਭਾਈ, ਸਾਰਿਆਂ ਨੂੰ ਹੀ ਹੈਲਥ ਕੇਅਰ ਮਿਲਣਾ ਚਾਹੀਦਾ, ਸਾਰਿਆਂ ਵਾਸਤੇ ਫੈਸਿਲਿਟੀਜ਼ ਹੋਣੀਆਂ ਚਾਹੀਦੀਆਂ ਵਧੀਆ। ਪਰ ਜਦੋਂ ਬੀਇੰਗ ਹਿਊਮਨ, ਜਦੋਂ ਥੋੜ੍ਹੇ ਜਿਹੇ ਪੈਸੇ ਬਣਨ ਲੱਗ ਪੈਂਦੇ ਆ, ਹੌਲੀ ਵਨ ਸਟਾਰਟਸ
gaining some equity, ਉਦੋਂ ਕਹਿੰਦੇ ਆ ਕਿ ਅਸੀਂ ਭਾਈ ਰਿਪਬਲਿਕਨ ਹੈ। ਸੋ when I mentioned Democrats and Republicans, reason was ਕਿ ਟੈਕਸ ਬ੍ਰੈਕਟ ਬੜੀ ਡਿਫਰੈਂਟ ਹੈ। ਡੈਮੋਕ੍ਰੈਟਸ ਟੈਕਸ ਬਹੁਤ ਵਧਾ ਦਿੰਦੇ ਆ, ਰਿਪਬਲਿਕਨਸ ਟੈਕਸ ਬੜੇ ਘਟਾ ਦਿੰਦੇ ਆ। ਸੋ ਪੀਪਲ ਹੂ ਆਰ ਮੇਕਿੰਗ ਮੋਰ ਮਨੀ ਦੇ ਟੈਂਡ ਟੂ ਟੇਕ ਮੋਰ ਮਨੀ ਹੋਮ ਇਫ ਰਿਪਬਲਿਕਨਸ ਆਰ ਇਨ ਪਾਵਰ। ਸੋ ਉਹ ਫਿਲਾਸਫੀ ਆਪਾਂ ਬੜੀ ਜਲਦੀ ਚੇਂਜ ਕਰ ਲੈਂਦੇ ਆ। ਬਟ ਯੂ ਨੋ ਸਟਿਲ ਯੂ ਨੋ ਮਾਈ ਓਨ ਥਾਟ ਐਂਡ ਆਰ ਕਮਿਊਨਿਟੀ ਐਟ ਲਾਰਜੈਸਟ ਥਾਟ ਇਜ਼ ਕਿ ਆਪਾਂ ਨੂੰ ਸਾਰਿਆਂ ਨੂੰ ਹੀ ਜਿਹੜੇ ਕਿ ਯੂ ਨੋ ਲੈਸ ਫੋਰਚੂਨੇਟ ਲੋਕ ਹੈ, ਭਾਵੇਂ ਇੰਸ਼ੋਰੈਂਸ ਕਰਕੇ ਵੀ ਹੈ, ਯੂ ਨੋ ਜਿਵੇਂ ਕਰੰਟ ਗਵਰਨਮੈਂਟ ਹੈਗੀ ਹੈ, ਜਿਹੜੇ ਆਪਣੇ ਨਵੇਂ ਗਵਰਨਰ ਬਣੇ ਹੈ, ਗਵਰਨਰ ਉਹ ਡਾਕਟਰ ਹੀ ਹੈ ਐਕਚੁਅਲੀ, ਡਾਕਟਰ ਰੈਲਫ ਨਾਰਥਮ। ਸੋ ਹੀ ਇਜ਼ ਵਰਕਿੰਗ ਔਨ ਐਕਸਪੈਂਡਿੰਗ ਮੈਡੀਕੇਡ। ਮੈਡੀਕੇਡ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਹੈ ਜਿਹੜੀ ਕਿ ਜਿਨ੍ਹਾਂ ਕੋਲੇ ਲੋ ਸੋਸ਼ੋ ਇਕਨੋਮਿਕ ਗਰੁੱਪ ਨੂੰ ਗਵਰਨਮੈਂਟ ਸਪੋਰਟ ਕਰਦੀ ਹੈ। ਐਂਡ ਆਈ ਥਿੰਕ ਆਈ ਟੋਟਲੀ ਸਪੋਰਟ that extending the health care to everybody is a basic right. It is not really ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਮੈਂਡੇਟਰੀ ਹੈ ਲੈਣੀ ਹੈ। ਉਵੇਂ ਯੂ ਨੋ what is mandatory is ਕਿ ਹੈਲਥ ਜਿਹੜੀ ਤੁਹਾਨੂੰ ਰੱਬ ਨੇ ਦਿੱਤੀ ਉਹਨੂੰ ਮੇਨਟੇਨ ਕਰਨਾ ਬੜਾ ਜ਼ਰੂਰੀ ਹੈ। ਸੋ ਸਪੋਰਟ ਕਰਨਾ ਗਵਰਨਮੈਂਟ ਦਾ ਬਣਦਾ ਫਰਜ਼। ਡਾਕਟਰ ਸਾਹਿਬ ਤੁਸੀਂ ਮੇਨ ਸਟਰੀਮ ਦੇ ਵਿੱਚ ਵੀ ਐਕਟਿਵ ਹੋ। ਮੇਨ ਸਟਰੀਮ ਪੋਲਿਟਿਕਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਉਹ ਕਿਹੜੇ ਤਰੀਕੇ ਨੇ, ਕਿਉਂਕਿ ਸਾਡੀ ਕਮਿਊਨਿਟੀ ਜਿਹੜੀ ਆ ਉਹ ਮਿਹਨਤ ਕਰਨ ਵਾਲੀ, ਬਿਜ਼ਨਸ ਕਰਨ ਵਾਲੀ ਆ, ਉਹਨਾਂ ਟਾਈਮ ਨਹੀਂ ਲੱਗਦਾ। ਸੋ ਤੁਸੀਂ ਕੀ ਸਮਝਦੇ ਜੇ ਕਿਵੇਂ ਆਪਾਂ ਨੂੰ ਇਸ ਮੇਨ ਸਟਰੀਮ ਦੇ ਵਿੱਚ ਹੋਰ ਐਕਟਿਵ ਰੋਲ ਪਲੇ ਕਰਨਾ ਚਾਹੀਦਾ ਆ? ਭਾਵੇਂ ਤੁਸੀਂ ਦੇਖੋ ਕਿ ਜਿਹੜਾ ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ, ਇੰਡੀਅਨ ਕਮਿਊਨਿਟੀ ਦੇ ਬਹੁਤ ਸਾਰੇ ਲੋਕ ਹੈਗੇ ਨੇ, ਪਰ ਸਿੱਖਾਂ ਵੱਲੋਂ ਅਜੇ ਕੋਈ ਉਸ ਤਰ੍ਹਾਂ ਦੀ ਪ੍ਰਾਪਤੀ ਨਹੀਂ ਕਰ ਸਕਿਆ। ਕੀ ਖਿਆਲ ਨੇ ਤੁਹਾਡੇ ਇਹਦੇ ਬਾਰੇ? ਆਪਣੇ ਜਿਹੜੀ ਆਪਣੀ ਕਮਿਊਨਿਟੀ ਦੀ ਸਭ ਤੋਂ ਵੱਡੀ ਮੈਂ ਪ੍ਰੋਬਲਮ ਹੀ ਕਹੂੰਗਾ ਜਿਹੜੀ ਹੈਗੀ ਹੈ ਜੀ ਇਹ ਕਿ ਸਾਰੇ ਜਾਣੇ ਸਪੋਰਟ ਬਹੁਤ ਕਰਦੇ ਆ। ਕੋਈ ਉਸ ਤਰ੍ਹਾਂ ਦੇ ਐਂਬੀਸ਼ਨਸ ਲੈ ਕੇ ਨਹੀਂ ਚੱਲਦਾ, ਪਰ ਆਪਣੇ ਪੋਲੀਟਿਕਸ ਨੂੰ ਕੋਈ ਬੜਾ ਵਧੀਆ ਨਹੀਂ ਸਮਝਿਆ ਜਾਂਦਾ। ਸੋ ਇਸ ਕਰਕੇ ਇੱਥੇ ਵੀ ਲੱਗਦਾ ਕਿ ਨਾ ਤੁਸੀਂ ਪੋਲੀਟਿਕਸ ਦੇ ਵਿੱਚ ਪਾਓਗੇ ਤਾਂ ਇਟ ਇਜ਼ ਨਾਟ ਰੀਅਲੀ ਅ ਵੈਰੀ ਨਾਈਸ ਥਿੰਗ। ਪਰ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ, ਖਾਸ ਕਰਕੇ ਆਪਣੀ ਕਮਿਊਨਿਟੀ ਨੂੰ। ਤੁਸੀਂ ਜੂਇਸ਼ ਕਮਿਊਨਿਟੀ ਨੂੰ ਦੇਖ ਲਓ, ਬੜੀ ਛੋਟੀ ਜਿਹੀ ਕਮਿਊਨਿਟੀ ਹੈ, ਬਟ ਉਹਨਾਂ ਨੇ ਦੇਖੋ ਆਪਣੇ ਪੋਲੀਟੀਕਲ ਪ੍ਰੈਜ਼ੈਂਸ ਦੇ ਨਾਲ ਕਿੰਨੇ ਮਾਈਲਸਟੋਨਸ ਅਚੀਵ ਕਰ ਲਏ ਹੈ। ਐਂਡ ਦੇ ਹੈਵ ਆਲਸੋ ਸਫਰਡ ਅ ਲਾਟ। ਅਤੇ ਆਈ ਥਿੰਕ ਆਪਣੀ ਕਮਿਊਨਿਟੀ ਸਪੋਰਟ ਕਰਦੀ ਹੈ ਪੋਲੀਟੀਕਲ ਪ੍ਰੋਸੈਸ ਦੇ ਵਿੱਚ ਇਨਵੋਲਵ ਹੋਣ ਲਈ। ਯੂ ਨੋ ਫਾਈਨੈਂਸ਼ੀਅਲ ਪਾਵਰ ਆਪਣੀ ਕਮਿਊਨਿਟੀ ਕੋਲ ਬਹੁਤ ਹੈ। ਆਪਣੀ ਕਮਿਊਨਿਟੀ ਇੰਨੀ ਮਿਹਨਤੀ ਕਮਿਊਨਿਟੀ ਹੈ ਕਿ ਇਹਨਾਂ ਨੇ ਯੂ ਨੋ ਅਮਰੀਕਾ ਦੇ ਵਿੱਚ ਆਪਣੀ ਪ੍ਰੈਜ਼ੈਂਸ ਕੰਪੇਅਰ ਟੂ ਅਦਰ ਕਮਿਊਨਿਟੀਜ਼ ਜਿਹੜੀਆਂ ਕਿ ਜ਼ਿਆਦਾ ਵੱਡੀਆਂ ਆਪਣੇ ਤੋਂ, ਉਹਨਾਂ ਤੋਂ ਬੈਟਰ ਬਣਾ ਲਈ ਆਪਣੀ ਪੰਜਾਬੀ ਕਮਿਊਨਿਟੀ ਨੇ। ਸੋ ਸਪੋਰਟ ਕਰ ਦਿੰਦੇ ਆ, ਪਰ ਫਿਰ ਅੱਗੇ ਨਹੀਂ ਕੋਈ ਜਾਂਦਾ। ਆਈ ਥਿੰਕ ਜਿਹੜੇ ਸੈਕੰਡ ਜਨਰੇਸ਼ਨ ਬੱਚੇ ਹੈ, ਆਪਣਾ ਸਾਰੇ ਸੋਚਦੇ ਆ ਕਿ ਬੱਚਿਆਂ ਨੂੰ ਡਾਕਟਰ ਬਣਾ ਲਓ, ਬੱਚਿਆਂ ਨੂੰ ਇੰਜੀਨੀਅਰ ਬਣਾ ਲਓ ਜਾਂ IT ਦਾ ਕਰਵਾ ਲਓ। ਪਰ ਆਈ ਥਿੰਕ ਵੀ ਨੀਡ ਮੋਰ ਐਂਡ ਮੋਰ ਪੀਪਲ ਹੂ ਨੀਡ ਟੂ ਗੈਟ ਇਨਵੋਲਵਡ ਕਿ ਤੁਸੀਂ ਲੈਜਿਸਲੇਟਿਵ ਵਾਲੇ ਪਾਸੇ ਆਓ, ਯੂ ਨੋ ਲਾਅ ਕਰਵਾਓ, ਬੱਚਿਆਂ ਨੂੰ ਲਾਅ ਕਰਵਾਓ, ਪੋਲੀਟੀਕਲ ਪ੍ਰੋਸੈਸ ਦੇ ਵਿੱਚ ਪਾਓ, ਯੂ ਨੋ ਪੋਲੀਟੀਕਲ ਸਾਇੰਸ ਜਿਹੜੇ ਸਾਰੇ ਉਹ ਸਬਜੈਕਟਸ ਦਿਵਾਓ ਤਾਂ ਕਿ ਉਹ ਪੋਲੀਟਿਕਸ ਦੇ ਵਿੱਚ ਐਕਟਿਵ ਹੋ ਸਕਣ। ਉਹਦੇ ਨਾਲ ਇੱਕ ਤਾਂ ਕਮਿਊਨਿਟੀ ਦਾ ਫੇਸ ਅੱਗੇ ਆਊਗਾ, ਨੰਬਰ 2 ਤੇ ਉਹ ਵੀ ਅੰਡਰਸਟੈਂਡ ਕਰਨਗੇ ਐਂਡ ਦੇ ਕੈਨ ਪੁੱਟ ਫਾਰਵਰਡ ਆਵਰ ਕਮਿਊਨਿਟੀਜ਼ ਪ੍ਰੋਬਲਮਸ ਕਿ ਕਿਵੇਂ ਹੈਂਡਲ ਕਰਨੀਆਂ ਹੈ। ਵਰਜੀਨੀਆ ਦੀ ਕੈਪੀਟਲ ਹੈ ਰਿਚਮੰਡ। ਬਹੁਤ ਸਾਰੀਆਂ ਪੋਜੀਸ਼ਨਾਂ ਹੁੰਦੀਆਂ ਨੇ ਇੱਥੇ ਬੋਰਡਾਂ ਦੇ ਵਿੱਚ, ਕਈ ਹੈਗੇ ਨੇ। ਪਹਿਲੇ ਗਵਰਨਰ ਟਿਮ ਕੇਨ ਦੇ ਨਾਲ ਤੁਹਾਡੇ ਸਾਰੀ ਕਮਿਊਨਿਟੀ ਦੇ ਇੱਥੋਂ ਵਾਲਿਆਂ ਦੇ, ਰਿਚਮੰਡ ਵਾਲਿਆਂ ਦੇ ਬੜੇ ਚੰਗੇ ਸੰਬੰਧ ਰਹੇ ਨੇ। ਉਸ ਤੋਂ ਬਾਅਦ ਜਿਹੜੇ ਗਵਰਨਰ ਰਹੇ ਨੇ ਉਹਨਾਂ ਨਾਲ ਵੀ, ਅਤੇ ਹੁਣ ਜਿਹੜੇ ਨਵੇਂ ਚੁਣੇ ਗਏ ਡਾਕਟਰ ਰਾਲਫ ਨੇ ਉਹਨਾਂ ਦੇ ਨਾਲ ਵੀ ਬੜੇ ਚੰਗੇ ਸੰਬੰਧ ਨੇ। ਕੋਈ ਆਪਣੇ ਇਸ ਏਰੀਏ ਦੇ ਵਿੱਚੋਂ ਕੋਈ ਨੋਮੀਨੇਸ਼ਨਸ ਵਗੈਰਾ ਹੋ ਰਹੀਆਂ ਨੇ ਜਾਂ ਹੋਈਆਂ ਨੇ? ਸੋ ਡਾਕਟਰ ਰੈਲਫ ਨਾਰਥਮ ਦਾ ਯੂ ਨੋ ਅਸੀਂ ਕਾਫੀ ਸਟਰੋਂਗਲੀ ਸਪੋਰਟ ਕੀਤੀ। ਈਵਨ ਦੋ ਯੂ ਨੋ ਵੀ ਆਰ independent, we will go for a person who will be a right person for the Commonwealth of Virginia. So Dr. Northam, you know, he's a very nice person. He's a doctor, and very interestingly ਆਪਣੇ ਇੱਕ ਪੰਜਾਬੀ ਡਾਕਟਰ ਹੈ ਡਾਕਟਰ ਸਵਿੰਦਰ ਤੂਰ, ਉਹਨਾਂ ਦੇ ਹੀ ਇਜ਼ ਅ ਨਿਊਰੋਲੋਜਿਸਟ। ਉਹਨਾਂ ਦੇ ਇਹ 20-25 ਸਾਲ ਤੋਂ ਪਾਰਟਨਰ ਨੇ, ਅਤੇ ਉੱਥੇ ਹੀ ਡਾਕਟਰ ਨਾਰਥਮ ਪੀਡੀਆਟ੍ਰਿਕ ਨਿਊਰੋਲੋਜਿਸਟ ਹੈ, ਕਾਫੀ ਦੇਰ ਤੋਂ ਨਿਊਰੋਲੋਜੀ ਪ੍ਰੈਕਟਿਸ ਕਰ ਰਹੇ ਨੇ। ਸੋ ਇਹਨਾਂ ਨੂੰ ਪੰਜਾਬ ਬਾਰੇ ਕਾਫੀ ਕੁਛ ਪਤਾ ਹੈ। ਡਾਕਟਰ ਸਤੂਰ ਨੇ ਇਹਨਾਂ ਨੂੰ ਬੜਾ ਯੂ ਨੋ ਐਜੂਕੇਟ ਕੀਤਾ ਕਿ ਪੰਜਾਬੀਅਤ ਕੀ ਹੈ, ਸਾਡੀਆਂ ਵੈਲਿਊਜ਼ ਕੀ ਹੈ। ਅਸੀਂ ਫਿਰ ਇਹਨਾਂ ਦੀ ਬੜੀ ਸਟਰੋਂਗਲੀ ਸਪੋਰਟ ਕੀਤੀ ਵਿਦਾਊਟ ਈਵਨ ਆਸਕਿੰਗ ਫॉर ਇਟ। ਯੂ ਨੋ ਇਹਨਾਂ ਨੇ
ਆਪਣੇ ਪੁਰਾਣੇ ਡਾਕਟਰ ਸਾਹਿਬ ਜਿਹੜੇ ਆਏ ਹੋਏ ਡਾਕਟਰ ਬਲਜੀਤ ਸਿੱਧੂ ਜੋ ਆਰਥੋਪੀਡਿਕਸ ਦੇ ਨੇ, ਅਤੇ ਮੈਨੂੰ ਆਪਣੀ ਜਿਹੜੀ ਪਾਲਿਸੀ ਹੈ ਜਿਹੜੀ ਕਾਊਂਸਲ ਹੈ ਕਾਊਂਸਲ ਫॉर ਪਾਲਿਸੀ ਔਨ ਹੈਲਥ ਐਂਡ ਹਿਊਮਨ ਰਿਸੋਰਸਿਸ ਉਹਦੇ ਵਿੱਚ ਐਡਵਾਈਜ਼ਰ ਸਾਨੂੰ ਰੱਖਿਆ ਇਹਨਾਂ ਨੇ। ਬਹੁਤ ਬਹੁਤ ਮੁਬਾਰਕਾਂ ਡਾਕਟਰ ਸਾਹਿਬ ਤੁਹਾਨੂੰ, ਤੁਸੀਂ ਤੇ ਬੜੀ ਚੰਗੀ ਨਿਊਜ਼ ਸਾਡੇ ਦਰਸ਼ਕਾਂ ਲਈ ਦਿੱਤੀ ਹੈ, ਬਹੁਤ ਮੁਬਾਰਕਾਂ ਤੁਹਾਨੂੰ। ਥੈਂਕ ਯੂ ਜੀ। ਪਰ ਸਭ ਤੋਂ ਵੱਡਾ ਇਹ ਹੈ ਕਿ ਜਿਹੜੀ ਜ਼ਿੰਮੇਵਾਰੀ ਦਿੱਤੀ ਉਹਨਾਂ ਨੇ, ਵੀ ਵਾਂਟ ਕਿ ਇਹ ਕਈ ਅਸੀਂ ਆਪਦੀ ਕਲਗੀ ਨਾ ਲਾ ਕੇ ਤੁਰੇ ਫਿਰੀਏ। ਇੰਪੋਰਟੈਂਟ ਇਹ ਹੈ ਕਿ ਸਾਰੀ ਕਮਿਊਨਿਟੀ ਦੀ ਪਛਾਣ ਹੋਵੇ ਇਹਦੇ ਨਾਲ। ਵੀ ਟਰਾਈ ਟੂ ਡੂ ਦ ਬੈਸਟ ਵੀ ਕੈਨ ਇਨ ਆਵਰ ਕੈਪੇਬਿਲਿਟੀਜ਼, ਤਾਂ ਕਿ ਇਹ ਵੀ ਅੱਗੇ ਤੋਂ ਸੋਚਣ ਕਿ ਹਾਂ ਭਾਈ ਅਸੀਂ ਇਕੱਲੇ ਦੋ ਨਹੀਂ, ਹੋਰ ਬੰਦਿਆਂ ਨੂੰ ਵਿੱਚ ਇਨਵੋਲਵ ਕਰਨਾ ਹੈ। ਐਂਡ ਵੀ ਵਿਲ ਸਰਟਨਲੀ ਬੀ ਟਰਾਈਂਗ। ਆਪਣੇ ਕਾਫੀ ਹੋਰ ਏਬਲ ਯੰਗ ਡਾਕਟਰ ਹੈਗੇ ਹੈ ਜਿਹੜੇ ਕਿ ਪੂਰੇ ਕੇਸਧਾਰੀ ਹੈ, ਆਪਣੇ ਪੂਰੇ ਗੁਰਸਿੱਖ ਹੈ, ਸਾਬਤ ਸੂਰਤ ਸਿੱਖ ਹੈ, ਅਤੇ ਤਾਂ ਕਿ ਉਹਨਾਂ ਨੂੰ ਵੀ ਨਾਲ ਇਨਵੋਲਵ ਕਰਕੇ ਅਤੇ ਆਪਣੀ ਸਟਰੈਂਥ ਸ਼ੋਅ ਕਰੀਏ, ਰਾਦਰ ਦੈਨ ਅਸੀਂ ਹੇਲੋ ਬਣਾ ਕੇ ਬਹਿ ਜਾਈਏ ਆਸੇ ਪਾਸੇ ਆਪਣੇ ਕਿ ਇਹ ਸਾਨੂੰ ਮਿਲ ਗਿਆ ਜੀ ਹੁਣ ਅਸੀਂ ਚੌਧਰੀ ਬਣ ਗਏ। ਆਪਣੇ ਦਰਸ਼ਕਾਂ ਨੂੰ ਦੱਸ ਦਈਏ ਡਾਕਟਰ ਸਾਹਿਬ ਦੀ ਗੱਲਬਾਤ ਤੋਂ, ਜਿਵੇਂ ਗੱਲਾਂ ਦੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੂੰ ਐਡਵਾਈਜ਼ਰੀ ਬੋਰਡ ਦੇ ਵਿੱਚ ਲਿਆ ਗਿਆ ਆ ਉਹਨਾਂ ਦੇ ਪ੍ਰੋਫੈਸ਼ਨ ਦੇ ਅਕੋਰਡਿੰਗਲੀ। ਪਰ ਨਾਲ ਹੀ ਇੰਪੋਰਟੈਂਟ ਗੱਲ ਜਿਹੜੀ ਉਹਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਸਾਡਾ ਪੰਜਾਬੀਆਂ ਦਾ, ਖਾਸ ਕਰਕੇ ਸਿੱਖਾਂ ਦਾ ਉਹ ਹਾਲ ਆ ਕਿ ਟ੍ਰੇਨ ਦੇ ਵਿੱਚ ਆਪ ਚੜ੍ਹ ਕੇ ਮੁੜ ਕੇ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਸੀਟਾਂ ਫੁੱਲ ਨੇ। ਪਰ ਉਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਉਹ ਕੋਸ਼ਿਸ਼ ਕਰਨਗੇ ਕਿ ਆਪਣੇ ਬਰਥ ਦੇ ਉੱਪਰ ਹੋਰ ਜਿਹੜੇ ਵੱਧ ਤੋਂ ਵੱਧ ਲੋਕਾਂ ਨੂੰ ਲਿਆ ਸਕਦੇ ਨੇ ਉਹਨਾਂ ਨੂੰ ਲੈ ਕੇ ਆਉਣ। ਸੋ ਧੰਨਵਾਦ ਸਾਹਿਬ, ਮੇਰੀ ਇੱਕ ਤੁਹਾਨੂੰ ਇਹ ਦਰਖਾਸਤ ਹੈ ਕਿ ਤੁਸੀਂ ਆਪਣੇ ਰਿਚਮੰਡ ਦੇ ਵਿੱਚ ਕਾਫੀ ਬਹੁਤ ਪੁਰਾਣੇ ਦੇ ਤੋਂ ਸਿੱਖ ਆਏ ਹੋਏ ਨੇ 40 ਸਾਲ ਤੋਂ, ਅਤੇ ਉਹਨਾਂ ਦੀਆਂ ਬੜੀਆਂ ਵਧੀਆ ਕੰਟਰੀਬਿਊਸ਼ਨਸ ਹੈਗੀਆਂ, ਅਤੇ ਅਸੀਂ ਜਿਹੜੇ ਇੱਥੇ ਬਹੁਤ ਵਧੀਆ ਫਲਰਿਸ਼ ਕਰ ਰਹੇ ਹਾਂ ਉਹਨਾਂ ਦੀ ਬਦੌਲਤ ਹੈ। ਸੋ ਹਰੇਕ ਬੰਦਾ ਆਪਣੀ ਮਿਹਨਤ ਕਰਦਾ, ਬਟ ਸਟਿਲ ਤੁਹਾਨੂੰ ਚੰਗੀ ਸੇਧ ਮਿਲ ਜੇ ਤੁਹਾਡੀ ਕਮਿਊਨਿਟੀ ਵੱਲੋਂ, ਤੁਹਾਡੇ ਵੱਡਿਆਂ ਵੱਲੋਂ। ਅਤੇ ਮੇਰੀ ਤੁਹਾਨੂੰ ਰਿਕੁਐਸਟ ਹੈ ਇੱਕ ਵਾਰੀ ਤੁਸੀਂ ਆ ਕੇ ਸਾਡੇ ਗੁਰੂ ਘਰ ਜਾਂ ਸਾਡੇ ਹੋਰ ਜਿਹੜੇ ਪੁਰਾਣੇ ਇੱਥੇ ਸਿੱਖ ਇਸਟੈਬਲਿਸ਼ ਹੋਏ ਹੋਏ ਆ ਜਿਨ੍ਹਾਂ ਨੇ ਗੁਰੂ ਘਰ ਇਸਟੈਬਲਿਸ਼ ਕੀਤਾ, ਤੁਸੀਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਮਿਲੋ, ਉਹਨਾਂ ਨੂੰ ਜ਼ਰੂਰ ਇੰਟਰਵਿਊ ਕਰੋ, ਤਾਂ ਕਿ ਪਤਾ ਲੱਗੇ ਸਾਰੇ ਕੰਟਰੀ ਦੇ ਵਿੱਚ ਕਿ ਇੰਨੇ ਸੈਲਫਲੈਸਲੀ ਸਾਰਾ ਕੁਛ, ਸਾਰੀ ਸੇਵਾ ਵੀ ਕਰਤੀ, ਇੰਨੀ ਮਿਹਨਤ ਵੀ ਕੀਤੀ ਉਸ ਸਟੇਟ ਦੇ ਵਿੱਚ ਵਿਚ ਵਾਜ਼ ਅ ਵੈਰੀ ਸਟਰੋਂਗ ਕਨਫੈਡਰੇਟ ਸਟੇਟ। ਸੋ 40 ਸਾਲ ਪਹਿਲਾਂ, ਅਤੇ ਉਹਨਾਂ ਨੂੰ ਉਹਨਾਂ ਦੇ ਬਹੁਤ ਮਿਹਨਤ ਆ ਉਹਨਾਂ ਦੀ, ਜਿਹੜੀ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਸੌਖਾ ਕਰਤਾ। ਸੋ ਮਾਈ ਹੰਬਲ ਰਿਕੁਐਸਟ ਕਿ ਤੁਸੀਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਇੰਟਰਵਿਊ ਕਰੋ ਸਾਰਿਆਂ ਨੂੰ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਆਪਣੇ ਸਿਰੜੀ ਪੰਜਾਬੀ ਵੀ ਬੈਠੇ ਆ ਬਹੁਤ ਚਿਰ ਤੋਂ, ਅਤੇ ਸਿਰੜੀ ਸਿੱਖ ਬੈਠੇ ਆ। ਬਿਲਕੁਲ ਡਾਕਟਰ ਸਾਹਿਬ, ਅਸੀਂ ਤੁਹਾਨੂੰ ਆਪਣੀ ਮੈਨੇਜਮੈਂਟ ਵੱਲੋਂ, ਆਪਣੀ ਪੂਰੇ ਚੈਨਲ ਵੱਲੋਂ ਇਹ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਹੜੀਆਂ ਪ੍ਰਾਪਤੀਆਂ ਨੇ, ਸਾਡਾ ਪ੍ਰੋਗਰਾਮ ਦਾ ਇਹ ਮਕਸਦ ਹੀ ਆ ਕਿ ਅਸੀਂ ਉਹਨਾਂ ਲੋਕਾਂ ਨੂੰ, ਉਹਨਾਂ ਇਸ਼ੂਜ਼ ਨੂੰ ਲੈ ਕੇ ਆਈਏ। ਔਰ ਖਾਸ ਕਰਕੇ ਮੈਂ ਜਿਵੇਂ ਸ਼ੁਰੂ ਦੇ ਵਿੱਚ ਵੀ ਦੱਸਿਆ ਸੀ ਕਿ ਰਿਚਮੰਡ ਏਰੀਆ ਜਿਹੜਾ ਆ ਕਈਆਂ ਚੀਜ਼ਾਂ ਦੇ ਵਿੱਚ ਆਪਣੀ ਗੱਲ ਕਹਿਣ ਦੇ ਵਿੱਚ ਪਛੜਿਆ। ਬਹੁਤ ਸਾਰੇ ਤੁਸੀਂ ਰੋਲ ਮਾਡਲ ਹੋ, ਬਹੁਤ ਸਾਰੇ ਤੁਹਾਡੇ ਕੰਮ ਇੱਥੇ ਰੋਲ ਮਾਡਲ ਨੇ, ਔਰ ਇਹ ਚੀਜ਼ਾਂ ਅਸੀਂ ਡੈਫੀਨੇਟਲੀ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਫਿਰ ਦੁਬਾਰਾ ਤੁਹਾਡੇ ਕੋਲ ਆ ਕੇ ਅਤੇ ਇਹਨਾਂ ਨੂੰ ਲੈ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ।